ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਐਨਆਰਆਈਜ਼ ਦੀ ਗੱਲ ਕਰ ਲੈਣੇ ਕਿਉਂਕਿ ਪੰਜਾਬ ਦੀ ਜਿਹੜੀ ਚੰਨੀ ਸਰਕਾਰ ਹੈ ਇੱਕ ਵਿਜ਼ਨ ਲੈ ਕੇ ਆਈ ਹੈ ਜਿਸ ਰਾਹੀਂ ਕਿਹਾ ਜਾ ਰਿਹਾ ਹੈ ਕਿ ਐਨਆਰਆਈਜ਼ ਦੀ ਜਿਹੜੀ ਪ੍ਰੋਬਲਮਸ ਨੇ ਉਹ ਹੱਲ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ। ਪ੍ਰਗਟ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਪ੍ਰਗਟ ਜੀ, ਐਨਆਰਆਈਜ਼ ਇੱਕ ਵੱਡਾ ਮਸਲਾ ਕਿਉਂਕਿ ਜਿਹੜੇ ਬਾਹਰਲੇ ਪੰਜਾਬੀ ਨੇ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਜਿਹੜਾ ਉन्नति ਵੱਲ ਨੂੰ ਵੱਧਦਾ ਹੋਇਆ ਨਜ਼ਰ ਆਏ, ਲੇਕਿਨ ਉਹਨਾਂ ਨੂੰ ਕਈ ਪ੍ਰੋਬਲਮਸ ਆਉਂਦੀਆਂ ਨੇ। ਪ੍ਰੋਪਰਟੀ ਨੂੰ ਲੈ ਕੇ ਕਈ ਵਾਰ ਡਿਸਪਿਊਟ ਵੇਖਣ ਨੂੰ ਮਿਲੇ ਜਾਂ ਹੋਰ ਕਈ ਵੱਡੀਆਂ ਪ੍ਰੋਬਲਮਸ। ਕੀ ਵਿਜ਼ਨ ਲੈ ਕੇ ਆਏ ਹੋ ਤਾਂ ਕਿ ਉਹਨਾਂ ਦੀ ਸਮੱਸਿਆਵਾਂ ਹੱਲ ਹੋਣ? ਕਿਉਂਕਿ ਚੋਣਾਂ ਵੇਲੇ ਹਰ ਪਾਰਟੀ ਕਹਿੰਦੀ ਹੈ ਕਿ ਐਨਆਰਆਈਜ਼ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ, ਲੇਕਿਨ ਤੁਹਾਡਾ ਕੀ ਵਿਜ਼ਨ ਹੈ? देखो, मैं तो विनीत खास करके क्योंकि मेरे को महकमा है, मैं ये एक टीम लाई सी काम करने लई जिहड़ी कि रिसर्च की जिन्हें, और जो सानू रिसर्च दे विच उन्हां बच्चों कोलों खास करके मेरा आइडिया की आ कि जिहड़ी थर्ड जनरेशन आ, क्योंकि जिहड़ी फस्ट सैकंड जनरेशन तो फिर भी किते ना किते कनैक्टड आ, जिहड़ी थर्ड जनरेशन है उन्होंने किद्दां रीकनैक्ट करना, क्योंकि पंजाबी इत्थों प्रॉपर्टी बेच के जा रहे हैं। जदों अपनियां रूट्स तो सब कुछ बेच के चले गए तो फिर उन्हां दा कदी भी कनैक्ट नहीं होना। उहदे लई बेसिकली असीं यूनीवर्सिटी स्कूल्स दे विच कोर्सेस जिहड़े समर कोर्सेस हैगे आ वो डिज़ाइन करवा रहे हैं, ईवन एक्सचेंज प्रोग्राम्स करा रहे हैं, ईवन स्टे होम स्टे करवा रहे हैं भी सो दैट कि असीं आइडेंटिफाई करके और उहदे नाल असीं बेसिकली जिहड़ा खास करके हैल्थ टूरिज्म है, अदरवाइज टूरिज्म है, अच्छा इहदा डायरैक्टोरेट है, इहदा फाइनैंशियल ते कमर्शियल विंग है। सिर्फ पुलिस वाला इशू नहीं है, इहदे विच उहनां दे फाइनैंशियल इशूज़ भी हैगे, उहनां दा एक अलग विंग हैगा भी तां कि वो सारियां चीज़ां नूं एक वैब पोर्टल क्रिएट करके ਉਹਦੇ ਤੇ ਸਾਰਾ ਕਨੈਕਟ ਕਰਕੇ ਤਾਂ ਕਿ ਜਿਹੜਾ ਐਨਆਰਆਈ ਹੈਗਾ ਉਹਨੂੰ ਸਾਰੀ ਇਨਫੋਰਮੇਸ਼ਨ ਵੀ ਉੱਥੇ ਹੋਵੇ, ਔਰ ਜਿਹੜੀਆਂ ਰੂਲਸ ਜਿਹੜੇ ਡਿਪਾਰਟਮੈਂਟ ਦੇ ਵਿੱਚ ਅਮੈਂਡਮੈਂਟਸ ਚਾਹੀਦੀਆਂ ਹੈਗੀਆਂ ਉਹਨਾਂ ਨਾਲ ਟੇਕਅਪ ਕਰਕੇ, ਈਵਨ ਕਿ ਐਮਈਏ ਨਾਲ, ਕਿਉਂਕਿ ਕਈ ਵਾਰੀ ਐਮਈਏ ਦਾ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਉਹਦਾ ਫੋਨ ਕਿੱਥੋਂ ਮਿਲਣਾ, ਕੀ ਹੋਣਾ। ਸੋ ਵੀ ਹੈਵ ਟੂ ਬੀ ਏ ਨੋਡਲ ਏਜੰਸੀ, ਵੀ ਹੈਵ ਟੂ ਬੀ ਏ ਨੋਡਲ ਡਿਪਾਰਟਮੈਂਟ, ਸੋ ਦੈਟ ਕਿ ਉਹ ਤਾਂ ਹੀ ਹੋ ਸਕਦਾ ਜੇ ਸਾਡੇ ਕੋਲ ਡਾਇਰੈਕਟੋਰੇਟ ਹੋਊਗਾ, ਕਿਉਂਕਿ ਡਾਇਰੈਕਟੋਰੇਟ ਇਸ ਮਹਿਕਮੇ ਦੇ ਵਿੱਚ ਨਹੀਂ ਹੈਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੱਬ ਕਰਕੇ ਤਾਂ ਕਿ ਇੱਕ ਉਹਨਾਂ ਦਾ ਕੌਨਫੀਡੈਂਸ ਬਿਲਡਅਪ ਹੋਵੇ, ਤਾਂ ਕਿ ਉਹਨਾਂ ਨੂੰ ਇੱਕ ਸਿੰਗਲ ਵਿੰਡੋ 'ਤੇ ਉਹ ਫੈਸਿਲਿਟੀਜ਼ ਦਿੱਤੀਆਂ ਜਾ ਸਕਣ ਜਿਹਦੇ ਨਾਲ ਉਹ ਰੀਕਨੈਕਟ ਕਰਨ ਅਤੇ ਜਿਹੜੇ ਦੇਸ਼ ਤੋਂ ਵੀ ਆਉਣ ਉਹਨਾਂ ਨੂੰ ਇਹ ਲੱਗੇ ਵੀ ਇਹਦੇ ਵਿੱਚ ਅਤੇ ਸਾਡੇ 'ਚ ਕੋਈ ਬਹੁਤ ਫਰਕ ਨਹੀਂ ਹੈ। ਰੀਜ਼ਨ ਕੀ ਮੰਨਦੇ ਹੋ ਕਿਉਂ ਪੰਜਾਬੀ ਬਾਹਰਲੇ ਮੁਲਕਾਂ ਵੱਲ ਨੂੰ ਤੁਰੀ ਜਾਂਦੇ ਨੇ? ਅੱਜ ਬੱਚਾ +2 ਕਰਦਾ ਹੈ, ਉਹ ਤਾਂ ਅਨਇੰਪਲੋਇਮੈਂਟ ਇੱਕ ਇਸ਼ੂ ਹੈਗਾ, ਉਹ ਇੱਕ ਡਿਫਰੈਂਟ ਸਬਜੈਕਟ ਹੈਗਾ, ਉਹ ਮੇਰੇ ਡਿਪਾਰਟਮੈਂਟ ਨਾਲ ਰਿਲੇਟਡ ਹੈ। ਮੈਂ ਬੇਸਿਕਲੀ ਐਜੂਕੇਸ਼ਨਿਸਟ ਬੁਲਾ ਲਿਆ, ਮੈਂ ਜਿੰਨੇ ਵਾਈਸ ਚਾਂਸਲਰ ਹੈ ਉਹਨਾਂ ਨੂੰ ਬੁਲਾ ਲਿਆ, ਈਵਨ ਕਿ ਇੰਡਸਟਰੀਲਿਸਟ ਬੁਲਾ ਲਿਆ। ਇੰਡਸਟਰੀਲਿਸਟ ਕਹਿੰਦਾ ਮੇਰੇ ਕੋਲ ਬੱਚਾ ਨਹੀਂ ਹੈ ਉਹ ਜਿਹੜਾ ਮੇਰੀ ਇੰਡਸਟਰੀ ਨੂੰ ਅੱਗੇ ਲੈ ਕੇ ਜਾ ਸਕੇ, ਜਿਹੜਾ ਬੱਚਾ ਹੈ ਉਹ ਕਹਿੰਦਾ ਮੇਰੇ ਕੋਲ ਨੌਕਰੀ ਨਹੀਂ ਹੈ। ਇਹਦਾ ਮਤਲਬ ਦੇयर इज़ अ ਗੈਪ। ਚਾਈਨਾ ਨੇ ਆਪਣੇ ਹਿਊਮਨ ਰਿਸੋਰਸਿਸ ਨੂੰ ਕਿੱਦਾਂ ਮੈਨੇਜ ਕੀਤਾ? ਬੇਸਿਕਲੀ ਉਹਨਾਂ ਨੇ ਉਹੋ ਜਿਹੇ ਕੋਰਸਿਸ ਡਿਜ਼ਾਈਨ ਕੀਤੇ ਸੋ ਦੈਟ ਕਿ ਉਹਨਾਂ ਦੇ ਬੱਚਿਆਂ ਦੀ ਜਿਹੜੀ ਇੰਪਲੋਏਬਿਲਿਟੀ ਵੱਧ ਜਾਵੇ। ਇਹ ਬੇਸਿਕਲੀ ਐਜੂਕੇਸ਼ਨ ਇੱਕ ਇਨਵੈਸਟਮੈਂਟ ਹੈ, ਕਿਉਂਕਿ ਉਸ ਬੱਚੇ ਨੇ ਜਦੋਂ ਕੁਛ ਵੀ ਵੱਡਾ ਹੋ ਕੇ ਬਣਨਾ ਤੇ ਉਹਨੇ ਆਪਣੀ ਰੋਜ਼ੀ ਰੋਟੀ ਵੀ ਕਮਾ ਲੈਣੀ ਤੇ ਉਹਨੇ ਗਾਂਹ ਟੈਕਸ ਵੀ ਦੇਣੇ ਹੈਗੇ। ਸੋ ਇਟ ਇਜ਼ ਔਨਗੋਇੰਗ ਪ੍ਰੋਸੈਸ। ਅਸੀਂ ਉਹਦੇ ਵਿੱਚ ਪਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਉਸ ਐਂਗਲ ਨਾਲ ਅੱਗੇ ਵਧਾਈਏ ਤਾਂ ਕਿ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਦਾ ਮਿਆਰ ਜਿਹੜਾ ਆ ਉਹ ਸਮੇਂ ਦਾ ਹਾਣੀ ਹੋ ਸਕੇ। ਜਦੋਂ ਸਮੇਂ ਦਾ ਹਾਣੀ ਹੋ ਗਿਆ ਫਿਰ ਇੰਡਸਟਰੀ ਵੀ ਉੱਦਾਂ ਦੀ ਲੱਗੂਗੀ, ਫਿਰ ਉਹਦੀ ਪ੍ਰੋਸੈਸਿੰਗ। ਮੰਨ ਲਓ ਹੁਣ ਪੰਜਾਬ ਇਜ਼ ਐਗਰੇਰੀਅਨ ਸਟੇਟ, ਇਹਦੇ ਵਿੱਚ ਬੇਸਿਕਲੀ ਐਗਰੀਕਲਚਰ ਬੇਸ ਜਿਹੜੀ ਪ੍ਰੋਸੈਸਿੰਗ ਯੂਨਿਟ ਲੱਗਣੇ ਚਾਹੀਦੇ ਆ, ਔਰ ਉੱਦਾਂ ਦੀ ਸਾਡੇ ਕੋਲ ਸਕਿਲਡ ਵਰਕਰ ਵੀ ਹੋਣਾ ਚਾਹੀਦਾ। ਉਹਨੂੰ ਅੱਗੇ ਵਧਾਉਣ ਲਈ ਅਸੀਂ ਬੇਸਿਕਲੀ ਉਹ ਈਵਨ ਕਿ ਮੇਰੀ ਸੋਚ ਤਾਂ ਇੱਥੋਂ ਤੱਕ ਵੀ ਹੈਗੀ ਹੈ ਵੀ ਅਸੀਂ ਜਿਹੜਾ ਐਗਰੀਕਲਚਰ ਸਬਜੈਕਟ ਆ ਉਹਨੂੰ ਕਿਉਂ ਨਹੀਂ ਸਕੂਲਾਂ 'ਚ ਇੰਟਰੋਡਿਊਸ ਕਰ ਲੈਂਦੇ? ਇਹ ਜ਼ਰੂਰੀ ਤਾਂ ਨਹੀਂ ਹੈ ਵੀ ਐਗਰੀਕਲਚਰ ਯੂਨੀਵਰਸਿਟੀ 'ਚ ਹੀ ਪੜ੍ਹਾਇਆ ਜਾਵੇ। ਈਵਨ ਕਿ ਉਹਦੀ ਜਿਹੜੀ ਕੈਰੀਅਰ ਕਾਉਂਸਲਿੰਗ ਹੈਗੀ ਆ ਦੈਟ ਹੈਜ਼ ਟੂ ਬੀ ਫਰੋਮ ਵੈਰੀ ਅਰਲੀ ਏਜ। ਅੱਛਾ, ਇਨਫੈਕਟ ਅਸੀਂ ਜਿਹੜੇ ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜੇ ਆ, ਕਿਉਂਕਿ 0 ਤੋਂ ਲੈ ਕੇ 8 ਸਾਲ ਤੱਕ ਦਾ ਬੱਚਾ ਜਿਹੜਾ ਉਹਦੇ ਫਿਜ਼ੀਕਲ ਤੇ ਮੈਂਟਲ ਪੈਰਾਮੀਟਰ ਆ ਉਹਨੂੰ ਡਿਵੈਲਪ ਕੀਤਾ ਜਾ ਸਕਦਾ, ਉਹਨੂੰ ਫਿਕਸ ਕੀਤਾ ਜਾ ਸਕਦਾ। ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ। ਈਵਨ ਕਿ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਮੈਂ ਤਾਂ 1-2 ਜਿਹੜੇ ਚੰਗੇ ਟੌਪ ਦੇ ਟ੍ਰੇਨਰਸ ਹੈਗੇ ਆ ਸਾਊਥ ਅਫਰੀਕਾ ਤੋਂ, ਮੈਂ ਉਹਨਾਂ ਨਾਲ ਟਾਈ ਅਪ ਕੀਤਾ ਆ, ਜਿਨ੍ਹਾਂ ਦਾ ਆਲਰੇਡੀ ਟਾਈ ਅਪ ਟਾਟਾਸ ਦੇ ਨਾਲ ਹੈਗਾ, ਈਵਨ ਕਿ 1-2 ਸਰਕਾਰਾਂ ਨਾਲ ਵੀ ਹੈਗਾ। ਵੀ ਆਲਸੋ ਵਾਂਟਡ ਟੂ ਬ੍ਰਿੰਗ ਦੈਮ ਕਿ ਅਸੀਂ 500 ਟੀਚਰ ਨੂੰ ਟ੍ਰੇਨਡ ਕਰਕੇ ਤਾਂ ਕਿ ਸਾਡਾ ਜਿਹੜਾ ਬੇਸ ਵਧੇ, ਕਿਉਂਕਿ ਨਰੋਈ ਸੋਚ ਅਤੇ ਨਰੋਈ ਸਿਹਤ ਜਿਹੜੀ ਆ ਇਹ 2 ਚੀਜ਼ਾਂ ਜਿਹੜੀਆਂ ਕਿਸੇ ਵੀ ਰੇਸ ਨੂੰ, ਕਿਸੇ ਵੀ ਨੇਸ਼ਨ ਨੂੰ, ਕਿਸੇ ਵੀ ਕੌਮ ਨੂੰ ਅੱਗੇ ਲੈ ਕੇ ਜਾਂਦੀਆਂ। ਸੋ ਉਹਦੇ 'ਤੇ ਕੰਮ ਕਰਨ ਲਈ ਕਿਉਂਕਿ ਬਹੁਤ ਸਕੋਪ ਹੈ ਐਜੂਕੇਸ਼ਨ ਦੇ ਵਿੱਚ।
ਸੋ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਔਰ ਉਹਦੇ ਲਈ ਹੀ ਕੰਮ ਕਰ ਰਿਹਾ। ਬਿਲਕੁਲ ਐਜੂਕੇਸ਼ਨ ਲਈ ਤੇ ਕੰਮ ਹੋ ਰਿਹਾ, ਲੇਕਿਨ ਐਨਆਰਆਈਜ਼ ਦੀ ਜਿਹੜੀ ਮੇਨ ਪ੍ਰੋਬਲਮਸ ਤੁਸੀਂ ਵੀ ਦੱਸੀਆਂ ਕਿ ਆ ਕੁਝ ਪ੍ਰੋਬਲਮਸ ਆਉਂਦੀਆਂ ਨੇ, ਇਸ ਨੂੰ ਹੱਲ ਕਿੱਦਾਂ ਕੀਤਾ ਜਾ ਸਕਦਾ ਹੈ? ਤੁਸੀਂ ਅੱਜ ਕਹਿ ਰਹੇ ਹੋ ਵੈਬ ਪੋਰਟਲ ਰਾਹੀਂ ਇੱਕ ਹੀ ਜਗ੍ਹਾ ਹੋਏਗਾ, ਪਹਿਲਾਂ ਵੀ ਇਹੋ ਜਿਹੀ ਕਈ ਗੱਲਾਂ ਹੋਈਆਂ ਨੇ ਕਿ ਹਾਂ ਵੈਬ ਪੋਰਟਲ ਬਣਾ ਦਿੰਦੇ ਆ, ਲੇਕਿਨ ਬੇਸਿਕਲੀ ਕਿਸੇ ਵੀ ਕੰਮ ਨੂੰ ਕਰਨ ਲਈ ਡਾਇਰੈਕਟੋਰੇਟ ਹੁੰਦਾ, ਇਸ ਮਹਿਕਮੇ ਦਾ ਡਾਇਰੈਕਟੋਰੇਟ ਹੀ ਹੈ ਨਹੀਂਗਾ। ਕਦੋਂ ਤੱਕ ਕਰਨਾ? ਨਹੀਂ, ਇਹਨੂੰ ਤਾਂ ਦੇਖੋ, ਇਹਨੂੰ ਸਮਾਂ ਤਾਂ ਲੱਗੂਗਾ ਐਸਟੈਬਲਿਸ਼ ਕਰਦੇ ਨੂੰ, ਮੈਂ ਨਹੀਂ ਕਹਿੰਦਾ ਕਿ ਓਵਰਨਾਈਟ, ਬਟ ਇਹ ਇੱਕ ਵਿਜ਼ਨ ਹੈਗੀ ਆ, ਇਹਦੇ ਤੇ ਬੈਕਗਰਾਉਂਡ ਤੇ ਕੰਮ ਹੋਇਆ ਹੈਗਾ, ਕਿਉਂਕਿ ਵਿਜ਼ਨ ਤੋਂ ਹੀ ਗਾਂ ਆਰਡੀਐਫ ਬਣਦੀ ਹੈਗੀ ਆ। ਇਹਦੀ ਬੇਸਿਕਲੀ ਉਹ ਸਾਰੀ ਕੁਛ ਜਿੱਥੇ ਵੀ ਮੰਨ ਲਓ ਕਈ ਡਿਪਾਰਟਮੈਂਟਸ ਨਾਲ ਇਹ ਕਨੈਕਟ ਹੋਊਗਾ, ਮੰਨ ਲਓ ਰੈਵਨਿਊ ਡਿਪਾਰਟਮੈਂਟ ਨਾਲ ਕਨੈਕਟ ਹੋਊਗਾ, ਈਵਨ ਕਿ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਦੇ ਨਾਲ ਕਨੈਕਟ ਹੋਊਗਾ। ਅੱਛਾ, ਇਹ ਸਾਰੀਆਂ ਚੀਜ਼ਾਂ ਜਦੋਂ ਕਨੈਕਟ ਹੋਣਗੀਆਂ, ਕਿਉਂਕਿ ਇਹ ਫਿਰ ਅਲਟੀਮੇਟਲੀ ਸਾਨੂੰ ਜੇ ਵਿਧਾਨ ਸਭਾ 'ਚ ਲਿਜਾਣ ਦੀ ਜ਼ਰੂਰਤ ਪਈ ਅਸੀਂ ਵਿਧਾਨ ਸਭਾ 'ਚ ਲਿਜਾ ਸਕਦੇ ਹਾਂ, ਜੇ ਸਾਨੂੰ ਕੈਬਨਿਟ ਤੋਂ ਜ਼ਰੂਰਤ ਪਈ ਅਸੀਂ ਕੈਬਨਿਟ ਦੀ ਜਿਹੜੀ ਅਪਰੂਵਲ ਲੈ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਕਰਨ ਲਈ, ਕਿਉਂਕਿ ਫਾਈਨਾਂਸ ਡਿਪਾਰਟਮੈਂਟ ਵੀ ਇਨਵੋਲਵ ਹੋਊਗਾ, ਸੋ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਬਟ ਹਾਂ, ਮੈਂ ਨਹੀਂ ਕਹਿੰਦਾ ਕਿ ਇਹਨੂੰ ਅਸੀਂ ਕੱਲ੍ਹ ਨੂੰ ਬਣਾ ਦਾਂਗੇ, ਇਹਨੂੰ ਪਰਸੋਂ ਨੂੰ ਬਣਾ ਦਾਂਗੇ, ਟਾਈਮ ਲੱਗੂਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੀਆਂ ਐਜੂਕੇਸ਼ਨ ਮਹਿਕਮੇ 'ਚ ਆ, ਚਾਹੇ ਇਸ ਐਨਆਰਆਈ ਮਹਿਕਮੇ, ਚਾਹੇ ਸਪੋਰਟਸ ਮਹਿਕਮੇ 'ਚ, ਇੱਕ ਲੌਂਗ ਟਰਮ 'ਤੇ ਕੰਮ ਕਰਨ ਦੀ ਇੱਕ ਉਹ ਵਿਜ਼ਨ ਦੇਣ ਦੀ ਜ਼ਰੂਰਤ ਹੈ, ਜਿਹੜੀ ਕਿ ਰਸਤਾ ਜਿਹੜਾ ਮਿਲ ਜੂਗਾ। ਅੱਛਾ, ਜਿਹੜਾ ਵੀ ਫਿਰ ਅੱਗੇ ਆਊਗਾ ਫਿਰ ਹੌਲੀ ਹੌਲੀ ਉਹਨੂੰ ਅੱਗੇ ਲੈ ਕੇ ਤੁਰੂਗਾ। ਪ੍ਰਗਟ ਜੀ, ਇੱਕ ਆਖਰੀ ਸਵਾਲ, ਹਾਲਾਂਕਿ ਹੋਮ ਡਿਪਾਰਟਮੈਂਟ ਤਾਲੁਕ ਰੱਖਦਾ ਇਸ ਨਾਲ, ਜਿਸ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਸਿਸਟਮ ਹੈ, ਇਮੀਗ੍ਰੇਸ਼ਨ ਕੰਪਨੀਆਂ ਕਈ ਕਿਹਾ ਜਾਂਦਾ ਹੈ ਕਿ ਫਰੋਡ ਕਰਦੀਆਂ ਨੇ ਔਰ ਪੈਸੇ ਲੈ ਕੇ ਭੱਜ ਜਾਂਦੀਆਂ ਨੇ, ਇਸ ਤਰ੍ਹਾਂ ਦੀ ਵੀ ਗੱਲਾਂ ਹੁੰਦੀਆਂ ਨੇ, ਔਰ ਕਈ ਇਹੋ ਜਿਹੇ ਵੀ ਹੁਣ ਕੇਸਿਸ ਆਏ ਨੇ ਕਿ ਬਾਹਰ ਜਿਹੜੇ ਪਹੁੰਚ ਜਾਂਦੇ ਨੇ ਉੱਥੇ ਉਹਨਾਂ ਨੂੰ ਵਾਪਸ ਡਿਪੋਰਟ ਕਰਾਇਆ ਜਾਂਦਾ, ਉੱਥੇ ਫਸ ਜਾਂਦੇ ਨੇ, ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ। ਕਿਆ ਇਸ ਨੂੰ ਲੈ ਕੇ ਵੀ ਤੁਸੀਂ ਕੋਈ ਡਿਸਕਸ ਕਰੋਗੇ? ਕਿਉਂਕਿ ਤੁਸੀਂ ਡਾਇਰੈਕਟਰੇਟ ਦੀ ਬਾਤ ਕਰ ਰਹੇ ਹੋ, ਵੈਸੇ ਤੇ ਹੋਮ ਦਾ ਮਹਿਕਮਾ, ਵੈਸੇ ਤਾਂ ਹੋਮ ਦਾ ਹੈਗਾ ਬੇਸਿਕਲੀ। ਦੇਖੋ, ਇਹਦਾ ਦੋਨੇ ਐਂਗਲ ਆ। ਕਈ ਵਾਰੀ ਅਸੀਂ ਰੂਲ ਇੰਨੇ ਸਟਿੰਜੈਂਟ ਕਰ ਦਿੰਦੇ ਆ, ਉਹ ਆਪਣੇ ਆਪ ਦੇ ਵਿੱਚ ਕਰਪਸ਼ਨ ਨੂੰ ਸੱਦਾ ਦੇਣ ਲੱਗ ਪੈਂਦੇ। ਕਈ ਵਾਰੀ ਅਸੀਂ ਇੰਨੇ ਲੂਜ਼ ਛੱਡ ਲੈਂਦੇ ਆ, ਫਿਰ ਬੰਦੇ ਜਿਹੜੇ ਉਹਦੇ ਵਿੱਚੋਂ ਜਿਹੜੇ ਆ ਉਹ ਛੁੱਟਣੇ ਸ਼ੁਰੂ ਹੋ ਜਾਂਦੇ। ਸੋ ਇਟ ਹੈਜ਼ ਟੂ ਬੀ ਸਮਵੇਅਰ, ਉਹਨੂੰ ਬੈਲੈਂਸ ਕਰਕੇ ਵੀ, ਤਾਂ ਕਿ ਜਿਹੜਾ ਮਾੜਾ ਬੰਦਾ ਉਹਦੇ ਵਿੱਚੋਂ ਨਿਕਲ ਵੀ ਨਾ ਸਕੇ ਤੇ ਚੰਗੇ ਬੰਦੇ ਨੂੰ ਬਹੁਤੀ ਪ੍ਰੋਬਲਮ ਵੀ ਨਾ ਆ ਸਕੇ। ਕਿਉਂਕਿ ਜਦੋਂ ਵੀ ਮੈਂ ਦੇਖਿਆ ਰੂਲਾਂ ਦੀ ਅਮੈਂਡਮੈਂਟ ਹੁੰਦੀ ਆ, ਜਦੋਂ ਰੂਲ ਸਖਤ ਬਣਦਾ, ਥੱਲੇ ਕਈ ਵਾਰੀ ਕਰਪਸ਼ਨ ਵੱਧ ਜਾਂਦੀ ਆ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਉਹਦੀ ਇੰਪਲੀਮੈਂਟੇਸ਼ਨ ਲਈ ਉਹੋ ਜਿਹੇ ਬੰਦੇ ਚਾਹੀਦੇ, ਉਹੋ ਜਿਹੇ ਬ੍ਰੇਨ ਚਾਹੀਦੇ, ਉਹੋ ਜਿਹੇ ਕਿਰਦਾਰ ਚਾਹੀਦੇ ਆ, ਜਿਹਦੇ ਨਾਲ ਉਹਦੀ ਠੀਕ ਇੰਪਲੀਮੈਂਟੇਸ਼ਨ ਵੀ ਹੋ ਜਾਵੇ ਤੇ ਕਿਸੇ ਨਾ ਕਿਸੇ ਦਾ ਭਲਾ ਵੀ ਹੋ ਜਾਵੇ। ਥੈਂਕ ਯੂ ਸਰ। ਨਾਲ ਬਿਲਕੁਲ ਦੇਖਿਓ, ਪ੍ਰਗਟ ਸਿੰਘ ਸਿੱਧੇ ਤੌਰ ਤੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਡਾਇਰੈਕਟਰੇਟ ਹੀ ਨਹੀਂ ਹੈ ਐਨਆਰਆਈ ਜਿਹੜਾ ਕਹਿ ਸਕਦੇ ਐਨਆਰਆਈਜ਼ ਦੀ ਸਮੱਸਿਆ ਨੂੰ ਹੱਲ ਕਰ ਸਕੇ। ਹੁਣ ਉਹ ਕਹਿ ਰਹੇ ਨੇ ਕਿ ਸਾਡਾ ਵਿਜ਼ਨ ਹੈ, ਜਿਸ ਵਿਜ਼ਨ ਦੇ ਚੱਲਦੇ ਐਨਆਰਆਈਜ਼ ਦੀ ਜਿਹੜੀ ਪ੍ਰੋਬਲਮਸ ਹੈ ਉਸ ਨੂੰ ਹੱਲ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਨੂੰ ਹੱਲ ਕਰਨ ਲਈ ਜ਼ਰੂਰ ਸਮਾਂ ਲੱਗੇਗਾ। ਸਾਰਾ ਜਿਹੜਾ ਵਿਜ਼ਨ ਉਹ ਦੱਸ ਰਹੇ ਨੇ, ਇਸ ਨੂੰ ਬਣਾਉਣ ਲਈ ਸਮਾਂ ਲੱਗੂਗਾ, ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਆ ਵਿਜ਼ਨ ਤਿਆਰ ਹੁੰਦਾ ਹੈ ਤਾਂ ਐਨਆਰਆਈਜ਼ ਇਸ ਵਿਜ਼ਨ ਨੂੰ ਲੈ ਕੇ ਕੀ ਕਹਿੰਦੇ ਨੇ ਔਰ ਕਿਸ ਢੰਗ ਨਾਲ ਉਹਨਾਂ ਦੀ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।